ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਅੰਤਰਰਾਸ਼ਟਰੀ ਵਿਦਿਆਰਥੀਆਂ ਵਾਸਤੇ ਐਲਾਨ, ਨਵਾਂ ਪ੍ਰੋਗਰਾਮ ਲੈ ਕੇ ਆਉਣ ਦੀ ਕੀਤੀ ਤਿਆਰੀ। ਰਾਣੀ ਦੀ ਮੌਤ ਤੇ ਟਰੂਡੋ ਦੁਖੀ, ਜਾਣੋ ਰਾਣੀ ਬਾਰੇ ਕੁਝ ਖਾਸ ਗੱਲਾਂ। ਨਹੀਂ ਰਹੀ ਮਹਾਰਾਣੀ ਐਲਿਜ਼ਾਬੈਥ, ਪਹਿਲਾਂ ਸਨ ਮੈਡੀਕਲ ਨਿਗਰਾਨੀ ਵਿੱਚ। ਟੈਲੀਕਾਮ ਕੰਪਨੀਆਂ ਨੇ ਕੀਤਾ ਸਮਝੌਤਾ, ਲੱਖਾਂ ਲੋਕ ਹੋਏ ਸਨ ਪ੍ਰਭਾਵਿਤ। ਅੰਤਰਰਾਸ਼ਟਰੀ ਵਿਦਿਆਰਥੀਆਂ ਵਾਸਤੇ ਕੈਨੇਡਾ ਤੋਂ ਇੱਕ ਵੱਡਾ ਐਲਾਨ ਸਾਹਮਣੇ ਆਇਆ, ਜਿਸ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮਦਦ ਕੀਤੀ ਜਾਵੇਗੀ। ਦਰਅਸਲ ਨੋਵਾ ਸਕੋਸ਼ੀਆ ਸੂਬੇ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਪੱਖ ਵਿੱਚ ਇੱਕ ਖਾਸ ਕਦਮ ਚੁੱਕਿਆ ਜਾ ਰਿਹਾ ਹੈ। ਉਹਨਾਂ ਵੱਲੋਂ ਇੱਕ ਪਾਇਲਟ ਪ੍ਰੋਗਰਾਮ ਲਿਆਉਣ ਦੀ ਗੱਲ ਕਹੀ ਗਈ ਹੈ, ਜਿਸ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਮਦਦ ਮਿਲ ਸਕੇਗੀ। ਨੋਵਾ ਸਕੋਸ਼ੀਆ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਸਤੇ ਇੱਕ ਵੱਡਾ ਐਲਾਨ ਕੀਤਾ ਗਿਆ, ਜਿਸ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮਦਦ ਕੀਤੀ ਜਾਵੇਗੀ। ਜੀ ਹਾਂ, ਇੰਟਰਨੈਸ਼ਨਲ ਗ੍ਰੈਜੂਏਟਸ ਇਮੀਗ੍ਰੈਂਟ ਦੀ ਮਦਦ ਵਾਸਤੇ ਹੁਣ ਨੋਵਾ ਸਕੋਸ਼ੀਆ ਸੂਬੇ ਵੱਲੋਂ ਨਵਾਂ ਪਾਇਲਟ ਪ੍ਰੋਗਰਾਮ ਲਿਆਂਦਾ ਗਿਆ ਹੈ। ਇਸ ਦੀ ਵਰਤੋਂ ਨੋਵਾ ਸਕੋਸ਼ੀਆ ਦੇ ਵਿੱਚ ਕਾਲਜਿਸ ਅਤੇ ਯੂਨੀਵਰਸਿਟੀ ਅੰਦਰ ਕੀਤੀ ਜਾਵੇਗੀ, ਜਿਸ ਦੇ ਨਾਲ ਇੰਟਰਨੈਸ਼ਨਲ ਗ੍ਰੈਜੂਏਟਸ ਨੂੰ ਜਾਣਕਾਰੀ ਅਤੇ ਕੋਚਿੰਗ ਹਾਸਲ ਕਰਨ ਵਾਸਤੇ ਮਦਦ ਮਿਲੇਗੀ। ਉਹਨਾਂ ਨੂੰ ਇੱਥੇ ਦੱਸਿਆ ਜਾਵੇਗਾ ਕਿ ਕੈਨੇਡੀਅਨ ਪ੍ਰੋਵਿੰਸ ਦੇ ਵਿੱਚ ਇਮੀਗ੍ਰੈਂਟ ਵਾਸਤੇ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਜ਼ਰੂਰੀ ਹਨ। ਇਸ ਦੇ ਨਾਲ ਹੀ ਉਹਨਾਂ ਨੂੰ ਮਦਦ ਮਿਲੇਗੀ ਤਾਂ ਕਿ ਉਹਨਾਂ ਨੂੰ ਵਧੀਆ ਰਸਤੇ ਮਿਲ ਸਕਣ, ਜਿਸ ਨਾਲ ਉਹ ਸੂਬੇ ਦੇ ਵਿੱਚ ਬਿਹਤਰ ਜ਼ਿੰਦਗੀ ਜੀ ਸਕਦੇ ਨੇ। ਦੱਸਿਆ ਜਾ ਰਿਹਾ ਹੈ ਕਿ ਨੋਵਾ ਸਕੋਸ਼ੀਆ ਦੇ ਵਿੱਚ ਇਸ ਸਮੇਂ ਜੋ ਲੇਬਰ ਦੀ ਘਾਟ ਦਿਖਾਈ ਦੇ ਰਹੀ ਹੈ, ਉਸ ਨੂੰ ਪੂਰਾ ਕਰਨ ਸੰਬੰਧੀ ਇਮੀਗ੍ਰੇਸ਼ਨ ਵਿੱਚ ਸੁਧਾਰ ਲਿਆਉਣ ਦੀ ਲਗਾਤਾਰ ਗੱਲ ਕਹੀ ਜਾ ਰਹੀ ਹੈ। ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਨੋਵਾ ਸਕੋਸ਼ੀਆ ਸੂਬੇ ਵੱਲੋਂ $1 ਮਿਲੀਅਨ ਦੀ ਫੰਡਿੰਗ ਦਾ ਵੀ ਐਲਾਨ ਕੀਤਾ ਗਿਆ ਸੀ, ਜੋ ਕਿ ਨਿਊਕਮਰ ਹੈਲਥ ਕਲੀਨਿਕ ਦੇ ਵਾਸਤੇ ਹੈਲੀਫਿਕਸ ਦੇ ਵਿੱਚ ਐਲਾਨੀ ਗਈ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਇਸ ਸਮੇਂ ਲੇਬਰ ਦੀ ਘਾਟ ਦਿਖਾਈ ਦੇ ਰਹੀ ਹੈ। ਇਸ ਪਿੱਛੇ ਵੱਡਾ ਕਾਰਨ ਹੈ ਕੋਰੋਨਾ ਪੈਂਡੇਮਿਕ, ਜਿਸ ਕਾਰਨ ਕਾਫੀ ਚੀਜ਼ਾਂ ਦੇ ਉੱਪਰ ਅਸਰ ਪਿਆ। ਬਹੁਤ ਸਾਰੀਆਂ ਨੌਕਰੀਆਂ ਕੈਨੇਡਾ ਦੇ ਵਿੱਚ ਖਾਲੀ ਨੇ, ਜਿਸ ਨੂੰ ਪੂਰਾ ਕਰਨ ਸੰਬੰਧੀ ਸੂਬਿਆਂ ਵੱਲੋਂ ਹੁਣ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ। ਖਾਸ ਤੌਰ ਦੇ ਉੱਪਰ ਇਮੀਗ੍ਰੇਸ਼ਨ ਨੂੰ ਲੈ ਕੇ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਕਿ ਇਸ ਦੇ ਵਿੱਚ ਸੁਧਾਰ ਲਿਆਂਦਾ ਜਾਵੇ। ਵੱਧ ਤੋਂ ਵੱਧ ਇਮੀਗ੍ਰੈਂਟਸ ਸੂਬੇ ਵਿੱਚ ਆਉਣ, ਜਿਸ ਨਾਲ ਜੋ ਲੇਬਰ ਦੀ ਘਾਟ ਹੈ ਉਸ ਨੂੰ ਪੂਰਾ ਕਰ ਲਿਆ ਜਾਵੇ। ਦੱਸ ਦਈਏ ਕਿ ਸਮੇਂ-ਸਮੇਂ ਦੇ ਉੱਪਰ ਲੇਬਰ ਸੰਬੰਧੀ ਜਾਣਕਾਰੀ ਅਤੇ ਹੋਰ ਵੀ ਕਾਫੀ ਚੀਜ਼ਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਕੁਈਨ ਐਲਿਜ਼ਾਬੈਥ ਦੀ ਮੌਤ ਦੇ ਉੱਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਹਨਾਂ ਵੱਲੋਂ ਇਸ ਮਾਮਲੇ ਸੰਬੰਧੀ ਟਵੀਟ ਕਰਕੇ ਆਪਣਾ ਦੁੱਖ ਜਤਾਇਆ ਹੈ। ਇਸ ਤੋਂ ਇਲਾਵਾ ਖਬਰ ਦੇ ਵਿੱਚ ਕੁਈਨ ਐਲਿਜ਼ਾਬੈਥ ਦੇ ਬਾਰੇ ਕੁਝ ਖਾਸ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਨਾਲ ਹੀ ਦੱਸਾਂਗੇ ਉਹਨਾਂ ਦੇ ਸਫ਼ਰ ਦੇ ਬਾਰੇ ਸਾਰੀ ਡਿਟੇਲ। ਬ੍ਰਿਟੇਨ ਦੀ ਰਾਣੀ ਐਲਿਜ਼ਾਬੈਥ 96 ਸਾਲ ਦੀ ਉਮਰ ਦੇ ਵਿੱਚ ਦੁਨੀਆ ਨੂੰ ਅਲਵਿਦਾ ਆਖ ਗਏ। ਉਹਨਾਂ ਨੂੰ ਡਾਕਟਰੀ ਨਿਗਰਾਨੀ ਵਿੱਚ ਰੱਖਿਆ ਗਿਆ ਸੀ। ਹੁਣ ਉਹਨਾਂ ਦੇ ਦੇਹਾਂਤ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਦੁਨੀਆ ਦੇ ਕਈ ਵੱਡੇ ਲੀਡਰਸ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਮਹਾਰਾਣੀ ਦੀ ਮੌਤ ਦੇ ਉੱਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੀ ਬਿਆਨ ਸਾਹਮਣੇ ਆਇਆ। ਇਸ ਉੱਪਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਹਨਾਂ ਵੱਲੋਂ ਸੋਸ਼ਲ ਮੀਡੀਆ ਉੱਪਰ ਇਸ ਬਾਰੇ ਪੋਸਟ ਵੀ ਸਾਂਝੀ ਕੀਤੀ ਹੈ। ਪ੍ਰਧਾਨ ਮੰਤਰੀ ਲਿਖਦੇ ਨੇ ਕਿ ਅੱਜ ਸਾਡੇ ਇਤਿਹਾਸ ਦਾ ਇੱਕ ਅਧਿਆਇ ਖਤਮ ਹੋ ਗਿਆ ਹੈ। ਮੈਂ ਜਾਣਦਾ ਹਾਂ ਕਿ ਮਹਾਰਾਣੀ ਦੀ ਕੈਨੇਡਾ ਤੇ ਕੈਨੇਡੀਅਨਸ ਵਾਸਤੇ ਸੇਵਾ ਹਮੇਸ਼ਾ ਸਾਡੇ ਦੇਸ਼ ਦੇ ਇਤਿਹਾਸ ਦਾ ਮਹੱਤਵਪੂਰਨ ਹਿੱਸਾ ਬਣੀ ਰਹੇਗੀ। ਆਉਣ ਵਾਲੇ ਦਿਨ ਕੈਨੇਡੀਅਨਸ ਅਤੇ ਸਾਰੇ ਕਾਮਨਵੈਲਥ ਨਾਗਰਿਕਾਂ ਵਾਸਤੇ ਸੋਗ ਦਾ ਸਮਾਂ ਹੋਵੇਗਾ, ਜਿਸ ਦਾ ਅੰਤ ਰਾਸ਼ਟਰੀ ਸੋਗ ਦਿਵਸ ਦੇ ਨਾਲ ਹੋਵੇਗਾ, ਜਿਸ ਵਿੱਚ ਸਾਡੇ ਮੁਖੀ ਦੇ ਦੇਹਾਂਤ ਦੇ ਸੰਬੰਧ ਵਿੱਚ ਯਾਦਗਾਰੀ ਆਯੋਜਨ ਕੀਤਾ ਜਾਵੇਗਾ। ਦੱਸ ਦਈਏ ਕਿ ਇਸ ਸਾਲ ਜੂਨ ਵਿੱਚ ਮਹਾਰਾਣੀ ਦੇ ਸ਼ਾਸਨ ਦੇ 70 ਸਾਲ ਪੂਰੇ ਹੋਣ ਤੇ ਪਲੈਟੀਨਮ ਜੁਬਲੀ ਮਨਾਈ ਗਈ ਸੀ। ਇੱਥੇ ਵੀ ਦੱਸਣਯੋਗ ਹੈ ਕਿ ਬ੍ਰਿਟੇਨ ਦੀ ਪਿਛਲੇ 7 ਦਹਾਕਿਆਂ ਤੋਂ ਮਹਾਰਾਣੀ ਐਲਿਜ਼ਾਬੈਥ II ਰਹੇ, ਜਿਨ੍ਹਾਂ ਨੇ 96 ਸਾਲ ਦੀ ਉਮਰ ਵਿੱਚ ਇਸ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ। ਕੁਈਨ ਐਲਿਜ਼ਾਬੈਥ ਕੈਨੇਡਾ ਦੀ ਵੀ ਰਾਣੀ ਸਨ। ਬਕਿੰਗਮ ਪੈਲੇਸ ਵੱਲੋਂ ਬਿਆਨ ਦੇ ਵਿੱਚ ਸਕਾਟਲੈਂਡ ਦੇ ਬਾਲਮੋਰਲ ਕੈਸਲ ਦੇ ਵਿੱਚ ਐਲਿਜ਼ਾਬੈਥ ਦੇ ਦੇਹਾਂਤ ਦੀ ਪੁਸ਼ਟੀ ਕੀਤੀ। ਐਲਿਜ਼ਾਬੈਥ ਦੇ ਪਤੀ ਪ੍ਰਿੰਸ ਫਿਲਿਪ ਦੀ ਸਾਲ 2021 ਦੇ ਵਿੱਚ ਮੌਤ ਹੋ ਗਈ ਸੀ। ਐਲਿਜ਼ਾਬੈਥ 1952 ਵਿੱਚ ਰਾਜ ਤਖਤ ਤੇ ਬੈਠੀ ਅਤੇ ਉਹ ਬ੍ਰਿਟੇਨ ਤੇ ਕੈਨੇਡਾ ਸਮੇਤ ਕਿੰਨੇ ਹੀ ਕਾਮਨਵੈਲਥ ਦੇਸ਼ਾਂ ਦੇ ਮੁਖੀ ਰਹੇ। ਦੱਸ ਦਈਏ ਕਿ ਐਲਿਜ਼ਾਬੈਥ ਮੈਰੀ ਦਾ ਜਨਮ 21 ਅਪ੍ਰੈਲ 1926 ਨੂੰ ਲੰਡਨ ਦੇ ਵਿੱਚ ਹੋਇਆ, ਜੋ ਕਿ ਯਾਰਕ ਦੇ ਡਿਊਕ ਅਤੇ ਡਚੈਸ ਪ੍ਰਿੰਸ ਐਲਬਰਟ ਅਤੇ ਐਲਿਜ਼ਾਬੈਥ ਵੋਵੇਸ ਲਿਓਨ ਦੀ ਪਹਿਲੀ ਔਲਾਦ ਸਨ। ਆਪਣੇ ਜਨਮ ਦੇ ਵੇਲੇ ਐਲਿਜ਼ਾਬੈਥ ਗੱਦੀ ਦੇ ਉੱਤਰਾਧਿਕਾਰੀ ਦੀ ਕਤਾਰ ਦੇ ਵਿੱਚ ਤੀਜੇ ਨੰਬਰ ਤੇ ਸਨ। ਉਹਨਾਂ ਦੇ ਰਾਣੀ ਬਣਨ ਦੀ ਸੰਭਾਵਨਾ ਨਹੀਂ ਸੀ, ਪਰ ਇਹ ਉਦੋਂ ਬਦਲ ਗਿਆ ਜਦੋਂ ਐਲਿਜ਼ਾਬੈਥ ਦੇ ਚਾਚਾ
ਵੱਲੋਂ ਅਮਰੀਕੀ ਤਲਾਕਸ਼ੁਦਾ ਔਰਤ ਵਾਲਿਸ ਨਾਲ ਵਿਆਹ ਕਰਵਾਉਣ ਵਾਸਤੇ ਸ਼ਾਹੀ ਜ਼ਿੰਮੇਵਾਰੀਆਂ ਨੂੰ ਤਿਆਗ ਦਿੱਤਾ, ਜਿਸ ਤੋਂ ਬਾਅਦ ਐਲਿਜ਼ਾਬੈਥ ਦੇ ਪਿਤਾ ਕਿੰਗ ਜਾਰਜ 6ਵੇਂ ਬਣ ਗਏ ਅਤੇ ਐਲਿਜ਼ਾਬੈਥ ਨੂੰ ਉਹਨਾਂ ਦਾ ਉੱਤਰਾਧਿਕਾਰੀ ਮੰਨ ਲਿਆ ਗਿਆ। ਰਾਣੀ ਐਲਿਜ਼ਾਬੈਥ ਦਾ 1947 ਦੇ ਵਿੱਚ ਲੰਡਨ ਵਿਖੇ ਵਿਆਹ ਹੋਇਆ। 1948 ਦੇ ਵਿੱਚ ਇਸ ਜੋੜੇ ਦੀ ਪਹਿਲੀ ਔਲਾਦ ਪ੍ਰਿੰਸ ਚਾਰਲਸ ਸਨ। ਇਸ ਤੋਂ ਬਾਅਦ ਉਹਨਾਂ ਦੇ ਘਰ ਦੇ ਵਿੱਚ ਪ੍ਰਿੰਸੈਸ ਐਨੀ ਦਾ ਜਨਮ ਹੋਇਆ। 1960 ਅਤੇ 1964 ਦੇ ਵਿੱਚ ਦੋ ਹੋਰ ਬੇਟੇ ਪ੍ਰਿੰਸ ਐਂਡਰੂ ਅਤੇ ਪ੍ਰਿੰਸ ਐਡਵਰਡਸ ਪੈਦਾ ਹੋਏ ਅਤੇ ਹੁਣ ਇਸ ਪਰਿਵਾਰ ਦੇ ਵਿੱਚ 8 ਪੋਤੇ-ਪੋਤੀਆਂ ਅਤੇ 12 ਪੜਪੋਤੇ-ਪੜਪੋਤੀਆਂ ਹਨ। ਕਿੰਗ ਜਾਰਜ 6ਵੇਂ ਦਾ 1952 ਵਿੱਚ ਦੇਹਾਂਤ ਹੋ ਗਿਆ, ਜਿਸ ਤੋਂ ਬਾਅਦ ਐਲਿਜ਼ਾਬੈਥ ਨੂੰ ਮਹਾਰਾਣੀ ਬਣਾ ਦਿੱਤਾ ਗਿਆ। ਕੁਈਨ ਐਲਿਜ਼ਾਬੈਥ ਇਸ ਦੁਨੀਆ ਨੂੰ ਅਲਵਿਦਾ ਆਖ ਚੁੱਕੇ ਨੇ। 96 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। ਪਹਿਲਾਂ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਕੁਈਨ ਨੂੰ ਰੱਖਿਆ ਗਿਆ ਸੀ, ਜਿੱਥੇ ਡਾਕਟਰ ਉਹਨਾਂ ਦੀ ਸਿਹਤ ਨੂੰ ਲੈ ਕੇ ਕਾਫੀ ਜ਼ਿਆਦਾ ਫਿਕਰਮੰਦ ਨਜ਼ਰ ਆਏ ਤੇ ਹੁਣ ਖਬਰ ਸਾਹਮਣੇ ਆ ਚੁੱਕੀ ਹੈ ਕਿ ਕੁਈਨ ਐਲਿਜ਼ਾਬੈਥ ਦੀ ਅੱਜ ਮੌਤ ਹੋ ਗਈ। ਕੁਈਨ ਐਲਿਜ਼ਾਬੈਥ ਇਸ ਦੁਨੀਆ ਵਿੱਚ ਨਹੀਂ ਰਹੇ ਤੇ ਇਸ ਦੀ ਪੁਸ਼ਟੀ ਖੁਦ ਰਾਇਲ ਫੈਮਿਲੀ ਵੱਲੋਂ ਕੀਤੀ ਗਈ। ਉਹਨਾਂ ਵੱਲੋਂ ਟਵਿੱਟਰ ਉੱਪਰ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਦੁਪਹਿਰ ਵੇਲੇ ਬਾਲਮੋਰਲ ਦੇ ਵਿੱਚ ਕੁਈਨ ਐਲਿਜ਼ਾਬੈਥ ਦੀ ਮੌਤ ਹੋ ਗਈ। ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਹੀ ਖਬਰ ਸਾਹਮਣੇ ਆਈ ਸੀ ਕਿ ਮਹਾਰਾਣੀ ਐਲਿਜ਼ਾਬੈਥ ਮੈਡੀਕਲ ਨਿਗਰਾਨੀ ਵਿੱਚ ਨੇ, ਜਿਸ ਨੂੰ ਲੈ ਕੇ ਡਾਕਟਰਾਂ ਵੱਲੋਂ ਫਿਕਰਮੰਦੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਸੀ। ਉਸ ਵੇਲੇ ਸਕਾਟਲੈਂਡ ਦੇ ਵਿੱਚ ਸ਼ਾਹੀ ਪਰਿਵਾਰ ਇਕੱਠਾ ਹੋ ਗਿਆ ਤੇ ਹੁਣ ਖਬਰ ਸਾਹਮਣੇ ਆਈ ਹੈ ਕਿ ਉਹਨਾਂ ਵੱਲੋਂ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਗਿਆ ਹੈ। ਦੱਸ ਦਈਏ ਕਿ ਬਕਿੰਗਮ ਪੈਲੇਸ ਵੱਲੋਂ ਹੀ ਪਹਿਲਾਂ ਜਾਣਕਾਰੀ ਦਿੱਤੀ ਗਈ ਸੀ ਕਿ ਮਹਾਰਾਣੀ ਐਲਿਜ਼ਾਬੈਥ ਨੂੰ ਮੈਡੀਕਲ ਨਿਗਰਾਨੀ ਵਿੱਚ ਰੱਖਿਆ ਗਿਆ ਤੇ ਡਾਕਟਰ ਉਹਨਾਂ ਦੀ ਸਿਹਤ ਨੂੰ ਲੈ ਕੇ ਫਿਕਰਮੰਦ ਨੇ। ਇਸ ਬਿਆਨ ਦੇ ਵਿੱਚ ਦੱਸਿਆ ਗਿਆ ਸੀ ਕਿ ਸਕਾਟਲੈਂਡ ਦੇ ਬਾਲਮੋਰਲ ਕੈਸਲ ਦੇ ਵਿੱਚ ਉਹ ਹਨ, ਜਿੱਥੇ ਉਹਨਾਂ ਵੱਲੋਂ ਆਰਾਮ ਕੀਤਾ ਜਾ ਰਿਹਾ ਹੈ। ਇਸ ਦੌਰਾਨ ਰਾਜਸ਼ਾਹੀ ਦੇ ਉੱਤਰਾਧਿਕਾਰੀ ਪ੍ਰਿੰਸ ਚਾਰਲਸ ਆਪਣੀ ਪਤਨੀ ਕੈਮਿਲਾ ਅਤੇ ਪ੍ਰਿੰਸੈਸ ਐਨੀ ਦੇ ਨਾਲ ਬਾਲਮੋਰਲ ਦੇ ਵਿੱਚ ਮਹਾਰਾਣੀ ਦੇ ਨਾਲ ਸਨ। ਚਾਰਲਸ ਦੇ ਸਭ ਤੋਂ ਵੱਡੇ ਬੇਟੇ ਪ੍ਰਿੰਸ ਵਿਲੀਅਮ, ਬੇਟੇ ਪ੍ਰਿੰਸ ਹੈਰੀ ਅਤੇ ਬਾਕੀ ਪਰਿਵਾਰ ਦੇ ਮੈਂਬਰ ਵੀ ਬਾਲਮੋਰਲ ਦੇ ਵਿੱਚ ਪਹੁੰਚ ਗਏ ਸਨ। ਇਸ ਤੋਂ ਇਲਾਵਾ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਵੱਲੋਂ ਵੀ ਟਵੀਟ ਕਰਦਿਆਂ ਮਹਾਰਾਣੀ ਦੀ ਸਿਹਤ ਨੂੰ ਲੈ ਕੇ ਫਿਕਰ ਦਾ ਪ੍ਰਗਟਾਵਾ ਕੀਤਾ ਗਿਆ ਸੀ। ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਇਸ ਵੇਲੇ ਪੂਰਾ ਦੇਸ਼ ਉਹਨਾਂ ਵਾਸਤੇ ਫਿਕਰਮੰਦ ਹੈ। ਇਸ ਤੋਂ ਇਲਾਵਾ ਸਪੀਕਰ ਲਿੰਡਸੇ ਵੱਲੋਂ ਵੀ ਟਵੀਟ ਕਰਕੇ ਆਪਣੀਆਂ ਦੁਆਵਾਂ ਦਿੱਤੀਆਂ ਗਈਆਂ ਸਨ। ਇੱਥੇ ਇਹ ਵੀ ਦੱਸ ਦਈਏ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਵੀ ਇਸ ਸੰਬੰਧੀ ਸੋਸ਼ਲ ਮੀਡੀਆ ਦੇ ਉੱਪਰ ਕੁਈਨ ਐਲਿਜ਼ਾਬੈਥ ਵਾਸਤੇ ਪੋਸਟ ਸਾਂਝੀ ਕੀਤੀ ਗਈ ਸੀ। ਪਰ ਹੁਣ ਜਦੋਂ ਖਬਰ ਸਾਹਮਣੇ ਆਈ ਹੈ ਕਿ ਉਹਨਾਂ ਵੱਲੋਂ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਗਿਆ ਤੇ ਦੁਨੀਆ ਭਰ ਦੇ ਵਿੱਚ ਲੋਕ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਲੀਡਰਾਂ ਵੱਲੋਂ ਵੀ ਇਸ ਸੰਬੰਧੀ ਸੋਸ਼ਲ ਮੀਡੀਆ ਉੱਪਰ ਪੋਸਟਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਟੈਲੀਕਾਮ ਕੰਪਨੀਆਂ ਵੱਲੋਂ ਇੱਕ ਸਮਝੌਤਾ ਕੀਤਾ ਗਿਆ, ਜਿਸ ਨਾਲ ਇੱਕ ਦੂਸਰੇ ਦੀ ਮਦਦ ਕੀਤੀ ਜਾਵੇਗੀ। ਦਰਅਸਲ ਇੱਕ ਖਬਰ ਪਹਿਲਾਂ ਸਾਹਮਣੇ ਆਈ ਸੀ, ਜਿੱਥੇ ਰੌਜਰਸ ਦੀਆਂ ਜੋ ਸੇਵਾਵਾਂ ਠੱਪ ਹੋਈਆਂ, ਉਸ ਕਾਰਨ ਵੱਡੀ ਗਿਣਤੀ ਦੇ ਵਿੱਚ ਗ੍ਰਾਹਕ ਪ੍ਰਭਾਵਿਤ ਹੋਏ ਸਨ। ਹੁਣ ਅਜਿਹੀ ਸਥਿਤੀ ਦੇ ਵਿੱਚ ਤਿਆਰੀ ਰੱਖਣ ਸੰਬੰਧੀ ਹੀ ਟੈਲੀਕਾਮ ਕੰਪਨੀਆਂ ਵੱਲੋਂ ਆਪਸ ਦੇ ਵਿੱਚ ਵੱਡਾ ਸਮਝੌਤਾ ਕੀਤਾ ਗਿਆ। ਕੈਨੇਡਾ ਦੀਆਂ ਟੈਲੀਕਾਮ ਕੰਪਨੀਆਂ ਵੱਲੋਂ ਹੁਣ ਅਹਿਮ ਸਮਝੌਤਾ ਕੀਤਾ ਗਿਆ ਹੈ। ਜੀ ਹਾਂ, ਜੁਲਾਈ ਦੇ ਵਿੱਚ ਰੌਜਰਸ ਦੇ ਨੈਟਵਰਕ ਦੇ ਵਿੱਚ ਜੋ ਗੜਬੜੀ ਹੋਈ ਸੀ, ਇਸ ਕਾਰਨ ਲੱਖਾਂ ਲੋਕ ਪ੍ਰਭਾਵਿਤ ਹੋਏ। ਹੁਣ ਤਾਜ਼ਾ ਖਬਰ ਸਾਹਮਣੇ ਆ ਰਹੀ ਹੈ ਕਿ ਨੈਟਵਰਕ ਸੰਕਟ ਵੇਲੇ ਆਪਸੀ ਸਹਿਯੋਗ ਸੰਬੰਧੀ ਕੈਨੇਡਾ ਦੀਆਂ ਟੈਲੀਕਾਮ ਕੰਪਨੀਆਂ ਵੱਲੋਂ ਹੁਣ ਅਹਿਮ ਸਮਝੌਤਾ ਕੀਤਾ ਗਿਆ। ਇਸ ਸੰਬੰਧੀ ਇਹਨਾਂ ਟੈਲੀਕਾਮ ਕੰਪਨੀਆਂ ਵੱਲੋਂ ਅਹਿਮ ਸਮਝੌਤੇ ਤੇ ਰਸਮੀ ਤੌਰ ਤੇ ਦਸਤਖਤ ਕਰ ਲਏ ਗਏ ਹਨ, ਜਿਸ ਅਧੀਨ ਕਿਸੇ ਨੈਟਵਰਕ ਗੜਬੜੀ ਦੀ ਸਥਿਤੀ ਵਿੱਚ ਟੈਲੀਕਾਮ ਕੰਪਨੀਆਂ ਆਪਸ ਵਿੱਚ ਸਹਿਯੋਗ ਕਰਨਗੀਆਂ। ਇਸ ਸਮਝੌਤੇ ਅਧੀਨ ਕਿਸੇ ਵੱਡੇ ਨੈਟਵਰਕ ਸੰਕਟ ਵੇਲੇ ਪ੍ਰਤੀਯੋਗੀ ਟੈਲੀਕਾਮ ਕੰਪਨੀ ਦੂਸਰੀ ਕੰਪਨੀ ਨੂੰ ਮਦਦ ਦੇਵੇਗੀ ਤਾਂ ਕਿ ਜਿਹੜੇ ਗ੍ਰਾਹਕ ਨੇ ਉਹਨਾਂ ਨੂੰ ਆਪਣੇ ਫੋਨ ਤੋਂ ਕਾਲ ਕਰ ਸਕਣ। 911 ਵਰਗੀ ਐਮਰਜੈਂਸੀ ਸੇਵਾ ਤੋਂ ਉਹਨਾਂ ਨੂੰ ਦੂਰ ਨਾ ਰਹਿਣਾ ਪਵੇ ਤੇ ਉਹਨਾਂ ਦੇ ਕੰਮ-ਕਾਜ ਵੀ ਬਿਨਾਂ ਕਿਸੇ ਪ੍ਰੋਬਲਮ ਦੇ ਚੱਲਦੇ ਰਹਿਣ। ਦੱਸ ਦਈਏ ਕਿ ਜੁਲਾਈ ਮਹੀਨੇ ਦੌਰਾਨ ਦੇਸ਼ ਵਿੱਚ ਵੱਡੀ ਟੈਲੀਕਾਮ ਕੰਪਨੀ ਰੌਜਰਸ ਦੀਆਂ ਮੋਬਾਈਲ ਅਤੇ ਇੰਟਰਨੈਟ ਸੇਵਾਵਾਂ ਠੱਪ ਹੋ ਗਈਆਂ, ਜਿਸ ਕਾਰਨ ਲੱਖਾਂ ਹੀ ਕੈਨੇਡੀਅਨਸ ਪ੍ਰਭਾਵਿਤ ਹੋਏ। ਰੌਜਰ ਉਪਭੋਗਤਾ 911 ਵਰਗੀਆਂ ਐਮਰਜੈਂਸੀ ਸੇਵਾਵਾਂ ਤੋਂ ਵੀ ਵਾਂਝੇ ਸਨ ਤੇ ਦੇਸ਼ ਵਿੱਚ ਡੈਬਿਟ ਭੁਗਤਾਨ ਵਿੱਚ ਵੀ ਉਹਨਾਂ ਨੂੰ ਦਿੱਕਤ ਆਈ। ਇਸ ਬਾਰੇ ਕੈਨੇਡਾ ਦੇ ਇੰਡਸਟਰੀ ਮਿਨਿਸਟਰ ਵੱਲੋਂ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਗਿਆ ਕਿ ਟੈਲੀਕਾਮ ਕੰਪਨੀਆਂ ਨੇ ਸਾਡੇ ਦੇਸ਼ ਵਿੱਚ ਨੈਟਵਰਕ ਭਰੋਸੇਯੋਗਤਾ ਨੂੰ ਵਧਾਉਣ ਅਤੇ ਬਿਹਤਰ ਬਣਾਉਣ ਵਾਸਤੇ ਸਾਡੀ ਬੇਨਤੀ ਮੰਨੀ ਹੈ।
8 ਜੁਲਾਈ ਨੂੰ ਰੌਜਰਸ ਦਾ ਨੈਟਵਰਕ ਸੰਕਟ ਜੋ ਸਾਹਮਣੇ ਆਇਆ ਸੀ, ਹੁਣ ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਹੀ ਇਹ ਕਦਮ ਬਿਹਤਰੀ ਵਾਸਤੇ ਚੁੱਕਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਵਧੇਰੀ ਜਾਣਕਾਰੀ ਸਾਂਝੀ ਕਰਦਿਆਂ ਆਰਟਵਦੀ ਪਬਲਿਕ ਇੰਟਰਸਟ ਐਡਵੋਕੇਸੀ ਸੈਂਟਰ ਦੀ ਐਗਜ਼ੀਕਟਿਵ ਡਾਇਰੈਕਟਰ ਵੱਲੋਂ ਕਿਹਾ ਗਿਆ ਕਿ ਜਿਸ ਪੱਧਰ ਤੇ ਰੌਜਰ ਦੀ ਨੈਟਵਰਕ ਗੜਬੜੀ ਹੋਈ ਸੀ, ਇਸ ਪੱਧਰ ਦੇ ਸੰਕਟ ਦੌਰਾਨ ਟੈਲੀਕਾਮ ਕੰਪਨੀਆਂ ਕੋਲ ਸਾਰੇ ਉਪਭੋਗਤਾਵਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਦੀ ਸ਼ਾਇਦ ਸਮਰੱਥਾ ਹੀ ਨਹੀਂ ਹੋਵੇਗੀ। ਉਹਨਾਂ ਦਾ ਕਹਿਣਾ ਹੈ ਕਿ ਇਸ ਕਿਸਮ ਦੀ ਵਿਵਸਥਾ ਵਿੱਚ ਪਹਿਲਾਂ ਹੀ ਤਿਆਰੀ ਹੋਣੀ ਚਾਹੀਦੀ ਹੈ। ਕਿਊਬਿਕ ਦੇ ਪ੍ਰੀਮੀਅਰ ਵੱਲੋਂ ਇਮੀਗ੍ਰੇਸ਼ਨ ਨੂੰ ਲੈ ਕੇ ਟਿੱਪਣੀ ਕੀਤੀ ਗਈ। ਉਹਨਾਂ ਵੱਲੋਂ ਇਮੀਗ੍ਰੇਸ਼ਨ ਨੂੰ ਹਿੰਸਾ ਨਾਲ ਜੋੜਿਆ ਗਿਆ, ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਅਜਿਹਾ ਕਰਨਾ ਮਹਿੰਗਾ ਪਿਆ ਤੇ ਉਹਨਾਂ ਵੱਲੋਂ ਮੁਆਫੀ ਮੰਗੀ ਗਈ ਹੈ ਤੇ ਨਾਲ ਹੀ ਆਪਣਾ ਸਪਸ਼ਟੀਕਰਨ ਦਿੰਦੇ ਹੋਏ ਵੀ ਉਹ ਦਿਖਾਈ ਦਿੱਤੇ। ਕਿਊਬਿਕ ਦੇ ਪ੍ਰੀਮੀਅਰ ਵੱਲੋਂ ਇਮੀਗ੍ਰੇਸ਼ਨ ਨੂੰ ਲੈ ਕੇ ਜੋ ਟਿੱਪਣੀ ਕੀਤੀ ਗਈ, ਇਹ ਟਿੱਪਣੀ ਉਹਨਾਂ ਨੂੰ ਕਾਫੀ ਮਹਿੰਗੀ ਪਈ ਹੈ ਕਿਉਂਕਿ ਹੁਣ ਉਹਨਾਂ ਵੱਲੋਂ ਮੁਆਫੀ ਮੰਗੀ ਗਈ। ਜੀ ਹਾਂ, ਕਿਊਬਿਕ ਦੇ ਪ੍ਰੀਮੀਅਰ ਵੱਲੋਂ ਇਮੀਗ੍ਰੇਸ਼ਨ ਨੂੰ ਕੱਟੜਵਾਦ ਅਤੇ ਹਿੰਸਾ ਨਾਲ ਜੋੜਿਆ ਗਿਆ ਸੀ, ਜਿਸ ਤੋਂ ਬਾਅਦ ਇਹ ਟਿੱਪਣੀ ਕਰਨ ਸੰਬੰਧੀ ਉਹਨਾਂ ਨੇ ਮੁਆਫੀ ਮੰਗੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਮੇਰੀਆਂ ਟਿੱਪਣੀਆਂ ਕਾਰਨ ਕੋਈ ਗਲਤਫਹਿਮੀ ਪੈਦਾ ਹੋਈ ਹੈ ਤਾਂ ਮੈਨੂੰ ਮੁਆਫ ਕਰਨਾ ਮੇਰੀ ਇੱਛਾ ਏਕਤਾ ਦੀ ਹੈ। ਦਰਅਸਲ ਕਿਊਬਿਕ ਦੇ ਵਿੱਚ ਇਮੀਗ੍ਰੈਂਟਸ ਦੀ ਗਿਣਤੀ ਨੂੰ ਸੀਮਤ ਰੱਖਣ ਦੇ ਕਾਰਨ ਇੱਥੋਂ ਦੇ ਪ੍ਰੀਮੀਅਰ ਵੱਲੋਂ ਇਮੀਗ੍ਰੇਸ਼ਨ ਨੂੰ ਕੱਟੜਵਾਦ ਤੇ ਹਿੰਸਾ ਨਾਲ ਜੋੜਿਆ ਗਿਆ। ਕੋਲੀਜਨ ਕਿਊਬਿਕ ਦੇ ਲੀਡਰ ਵੱਲੋਂ ਬੁੱਧਵਾਰ ਨੂੰ ਇਸ ਬਾਰੇ ਟਵੀਟ ਕੀਤਾ ਗਿਆ ਕਿ ਇਮੀਗ੍ਰੇਸ਼ਨ ਕਿਊਬਿਕ ਦੀ ਅਮੀਰੀ ਹੈ, ਪਰ ਇਸ ਟਵੀਟ ਤੋਂ ਕੁਝ ਦੇਰ ਪਹਿਲਾਂ ਹੀ ਉਹਨਾਂ ਦੀ ਟਿੱਪਣੀ ਨੇ ਪਹਿਲਾਂ ਹੀ ਵਿਵਾਦ ਖੜਾ ਕਰ ਦਿੱਤਾ ਸੀ। ਨਾਰਥ ਅਮਰੀਕਾ ਅੰਦਰ ਫ੍ਰੈਂਚ ਭਾਸ਼ਾ ਬੋਲਣ ਵਾਲੇ ਖਿੱਤੇ ਵਿੱਚ ਸ਼ਮੂਲੀਅਤ ਹਮੇਸ਼ਾ ਹੀ ਇੱਕ ਚੁਣੌਤੀ ਰਹੇਗੀ। ਮੇਰਾ ਮਤਲਬ ਇਮੀਗ੍ਰੇਸ਼ਨ ਨੂੰ ਹਿੰਸਾ ਨਾਲ ਜੋੜਨਾ ਨਹੀਂ ਸੀ। ਜੇਕਰ ਮੇਰੀਆਂ ਟਿੱਪਣੀਆਂ ਕਾਰਨ ਕੋਈ ਕਨਫਿਊਜ਼ਨ ਪੈਦਾ ਹੋਈ ਹੈ ਤਾਂ ਮੈਨੂੰ ਮੁਆਫ ਕਰਨਾ ਮੇਰੀ ਇੱਛਾ ਏਕਤਾ ਦੀ ਹੈ। ਪਰ ਇਸ ਟਵੀਟ ਤੋਂ ਪਹਿਲਾਂ ਹੀ ਪ੍ਰੀਮੀਅਰ ਦੀ ਵਿਵਾਦਿਤ ਟਿੱਪਣੀ ਕਾਰਨ ਵਿਰੋਧੀ ਧਿਰਾਂ ਨੇ ਉਹਨਾਂ ਨੂੰ ਨਿਸ਼ਾਨੇ ਤੇ ਲੈ ਲਿਆ। ਲਿਗੋਆ ਨੂੰ ਪੁੱਛਿਆ ਗਿਆ ਸੀ ਕਿ ਸੂਬੇ ਵਿੱਚ ਕਾਮਿਆਂ ਦੀ ਘਾਟ ਦੀ ਸਮੱਸਿਆ ਦੇ ਬਾਵਜੂਦ ਉਹ ਇਮੀਗ੍ਰੇਸ਼ਨ ਦੇ ਪੱਧਰ ਨੂੰ ਸਾਲਾਨਾ 50,000 ਇਮੀਗ੍ਰੈਂਟਸ ਦੇ ਬਰਕਰਾਰ ਰੱਖਣ ਤੇ ਕਿਉਂ ਅੜੇ ਹਨ। ਇਸ ਦਾ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਕਿਊਬਿਕ ਵਾਸੀ ਸ਼ਾਂਤਮਈ ਨੇ, ਉਹਨਾਂ ਨੂੰ ਸੰਘਰਸ਼, ਕੱਟੜਤਾ ਤੇ ਹਿੰਸਾ ਨਹੀਂ ਪਸੰਦ ਅਤੇ ਸਾਨੂੰ ਚੀਜ਼ਾਂ ਨੂੰ ਉਸੇ ਤਰ੍ਹਾਂ ਬਰਕਰਾਰ ਰੱਖਣਾ ਚਾਹੀਦਾ ਹੈ ਜਿਵੇਂ ਉਹ ਹੁਣ ਹਨ। ਲਿਗੋ ਨੇ ਨਹੀਂ ਦੱਸਿਆ ਕਿ ਸ਼ਮੂਲੀਅਤ ਤੋਂ ਉਹਨਾਂ ਦਾ ਕੀ ਭਾਵ ਹੈ ਤੇ ਕਿਸ ਤਰ੍ਹਾਂ ਇਮੀਗ੍ਰੈਂਟਸ ਨੂੰ ਇਸ ਵਿੱਚ ਦਿੱਕਤ ਆ ਰਹੀ ਹੈ, ਪਰ ਉਹਨਾਂ ਨੇ ਕਿਹਾ ਕਿ ਮੁੱਖ ਤੌਰ ਤੇ ਅੰਗਰੇਜ਼ੀ ਬੋਲਣ ਵਾਲੀ ਮਹਾਦੀਪ ਵਿੱਚ ਕਿਊਬਿਕ ਦੇ ਫ੍ਰੈਂਚ ਭਾਸ਼ੀ ਹੋਣ ਕਰਕੇ ਇਹ ਕਾਫੀ ਮੁਸ਼ਕਿਲ ਹੈ। ਦੱਸ ਦਈਏ ਕਿ ਚੋਣ ਮੁਹਿੰਮ ਦੌਰਾਨ ਵੱਖੋ-ਵੱਖਰੀਆਂ ਪਾਰਟੀਆਂ ਨੇ ਇਮੀਗ੍ਰੈਂਟਸ ਦੇ ਮੁੱਦੇ ਤੇ ਆਪਣੇ ਪੱਖ ਰੱਖੇ ਨੇ, ਪਰ ਪ੍ਰੀਮੀਅਰ ਨੇ ਸਾਲਾਨਾ ਕਰੀਬ 50,000 ਇਮੀਗ੍ਰੈਂਟਸ ਦੀ ਸੀਮਾ ਤੈਅ ਕਰਦਿਆਂ ਕਿਹਾ ਕਿ ਇਸ ਨਾਲ ਫ੍ਰੈਂਚ ਭਾਸ਼ਾ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਮਿਲੇਗੀ। ਜ਼ਿਕਰਯੋਗ ਹੈ ਕਿ ਕਿਊਬਿਕ ਦੇ ਵਿੱਚ ਜੋ ਚੋਣਾਂ ਹੋਣ ਜਾ ਰਹੀਆਂ ਨੇ ਉਸ ਤੋਂ ਪਹਿਲਾਂ ਵੱਖ-ਵੱਖ ਲੀਡਰਸ ਲਗਾਤਾਰ ਕਈ ਤਰ੍ਹਾਂ ਦੇ ਵਾਅਦੇ ਕਰਦੇ ਹੋਏ ਦਿਖਾਈ ਦੇ ਰਹੇ ਨੇ। ਉਹਨਾਂ ਵੱਲੋਂ ਇਮੀਗ੍ਰੇਸ਼ਨ ਨਾਲ ਜੁੜੇ ਹੋਏ ਵੀ ਕਈ ਵਾਅਦੇ ਕੀਤੇ ਗਏ ਹਨ। ਸਸਕੈਚੁਅਨ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ 10 ਜਾਣਿਆਂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਸੰਬੰਧੀ ਪੁਲਿਸ ਵੱਲੋਂ ਅਪਡੇਟ ਦਿੱਤੀ ਗਈ ਹੈ। ਇਸ ਮਾਮਲੇ ਨਾਲ ਜੁੜੇ ਹੋਏ ਸਸਪੈਕਟਸ ਦੀ ਮੌਤ ਬਾਰੇ ਉਹਨਾਂ ਵੱਲੋਂ ਦੱਸਿਆ ਗਿਆ। ਸਸਕੈਚੁਅਨ ਦੇ ਮਾਮਲੇ ਸੰਬੰਧੀ ਪੁਲਿਸ ਵੱਲੋਂ ਤਾਜ਼ਾ ਅਪਡੇਟ ਸਾਂਝੀ ਕੀਤੀ ਗਈ। RCMP ਵੱਲੋਂ ਸਸਕੈਚੁਅਨ ਦੇ ਮਾਮਲੇ ਨਾਲ ਜੁੜੇ ਹੋਏ ਸਸਪੈਕਟ ਦੀ ਡਿਟੇਲ ਹੁਣ ਦੁਬਾਰਾ ਸਾਂਝੀ ਕੀਤੀ ਹੈ, ਜਿਸ ਵਿੱਚ ਉਹਨਾਂ ਵੱਲੋਂ ਤਾਜ਼ਾ ਅਪਡੇਟ ਦਿੱਤੀ ਗਈ। ਦੱਸ ਦਈਏ ਕਿ ਸਸਕੈਚੁਅਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ 10 ਜਾਣਿਆਂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਵੱਲੋਂ ਸਸਪੈਕਟਸ ਦੀ ਭਾਲ ਕੀਤੀ ਜਾ ਰਹੀ ਸੀ ਤੇ ਇਹਨਾਂ ਵਿੱਚੋਂ ਇੱਕ ਜਿਹੜਾ ਸਸਪੈਕਟ ਮਾਈਲਸ ਹੈ, ਉਸ ਬਾਰੇ ਪੁਲਿਸ ਵਿਭਾਗ ਵੱਲੋਂ ਤਾਜ਼ਾ ਅਪਡੇਟ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਵੱਲੋਂ ਇਸ ਬਾਰੇ ਡਿਟੇਲ ਜਨਤਕ ਕੀਤੀ ਹੈ। ਇੱਥੇ ਵੀ ਦੱਸ ਦਈਏ ਕਿ ਪਿਛਲੇ ਦਿਨੀ ਹੀ ਪੁਲਿਸ ਵਿਭਾਗ ਵੱਲੋਂ ਪੀੜਤਾਂ ਦੇ ਨਾਮ ਜਨਤਕ ਕੀਤੇ ਗਏ ਸਨ, ਜਿਸ ਵਿੱਚ ਉਹਨਾਂ ਨੇ ਪੀੜਤਾਂ ਦੀਆਂ ਤਸਵੀਰਾਂ ਵੀ ਜਾਰੀ ਕਰ ਦਿੱਤੀਆਂ, ਜਿਨ੍ਹਾਂ ਨੇ ਸਸਕੈਚੁਅਨ ਦੀ ਇਸ ਘਟਨਾ ਦੇ ਵਿੱਚ ਆਪਣੀ ਜਾਨ ਗਵਾ ਦਿੱਤੀ। To ensure the safety of drivers on the highway, the vehicle was directed off the road and into a nearby ditch. Police officers surrounded the vehicle and through verbal identification confirmed the identity of the driver to be Miles Sanderson. He was arrested by police and taken into custody. A knife was located inside the vehicle. Shortly after his arrest, he went into medical distress. Nearby, EMS were called by police to attend the scene, and he was transported to a hospital in Saskatoon. He was pronounced deceased at the hospital. The Saskatchewan RCMP has requested the Saskatoon Police Service and the Saskatchewan Incident Response Team to conduct the independent external investigation into circumstances surrounding the incident. The Saskatchewan RCMP has requested the Ministry of Justice appoint an independent
investigation observer in accordance with Section 91.1 of the Saskatchewan Police Act. ਇੱਕ ਬੱਚੇ ਦੇ ਹੱਥ ਵਿੱਚ ਗਲਤੀ ਨਾਲ ਹਥਿਆਰ ਆ ਗਿਆ ਤੇ ਉਸਨੇ ਆਪਣੇ ਬੇਬੀ ਸਿਟਰ ਦੇ ਉੱਪਰ ਗਲਤੀ ਨਾਲ ਗੋਲੀ ਚਲਾ ਦਿੱਤੀ। ਜੀ ਹਾਂ, ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਘਰ ਦੇ ਵਿੱਚ ਇੱਕ ਬੱਚਾ, ਇੱਕ ਅਡਲਟ ਅਤੇ ਬੇਬੀ ਸਿਟਰ ਮੌਜੂਦ ਸੀ। ਬੱਚੇ ਦੇ ਹੱਥ ਲੋਡਡ ਗਨ ਲੱਗ ਗਈ ਤੇ ਉਸਦੇ ਕੋਲੋਂ ਗਲਤੀ ਨਾਲ ਬੇਬੀ ਸਿਟਰ ਦੇ ਉੱਪਰ, ਜੋ ਕਿ ਟੀਨੇਜਰ ਦੱਸੀ ਗਈ, ਗੋਲੀ ਚੱਲ ਗਈ। ਵਿਨੀਪੈਗ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਹੈ ਜਿੱਥੇ ਛੋਟੇ ਬੱਚੇ ਦੇ ਹੱਥ ਲੋਡਡ ਗਨ ਆ ਗਈ, ਜਿਸ ਨਾਲ ਬੇਬੀ ਸਿਟਰ ਦੇ ਗੋਲੀ ਲੱਗ ਗਈ। ਪੁਲਿਸ ਅਧਿਕਾਰੀਆਂ ਵੱਲੋਂ ਹੁਣ ਇਸ ਮਾਮਲੇ ਸੰਬੰਧੀ ਜੋ ਇਨਫੋਰਮੇਸ਼ਨ ਦਿੱਤੀ ਗਈ, ਉਸ ਵਿੱਚ ਉਹਨਾਂ ਨੇ ਦੱਸਿਆ ਕਿ ਇਹ ਘਟਨਾ ਵਿਨੀਪੈਗ ਦੇ ਅਪਾਰਟਮੈਂਟ ਨਾਲ ਜੁੜੀ ਹੋਈ ਹੈ, ਜਿੱਥੇ ਇੱਕ ਬੱਚੇ ਦੇ ਹੱਥ ਲੋਡਡ ਗਨ ਲੱਗ ਗਈ ਤੇ ਫਿਰ ਇੱਕ ਟੀਨੇਜਰ ਬੱਚੀ ਦੇ ਉੱਪਰ ਗਲਤੀ ਨਾਲ ਗੋਲੀ ਚੱਲ ਗਈ। ਅਧਿਕਾਰੀਆਂ ਨੂੰ 11 ਵਜੇ ਦੇ ਕਰੀਬ 7 ਓਕਸ ਏਰੀਆ ਦੇ ਅਪਾਰਟਮੈਂਟ ਕੰਪਲੈਕਸ ਵਿੱਚ ਬੁਲਾਇਆ ਗਿਆ, ਜਿੱਥੇ ਉਹਨਾਂ ਨੇ ਦੇਖਿਆ ਕਿ ਟੀਨੇਜਰ ਨੂੰ ਗੋਲੀ ਲੱਗੀ ਹੋਈ ਸੀ। ਇਹ ਗੋਲੀ ਉਸਦੇ ਅਪਰ ਬਾਡੀ ਵਿੱਚ ਲੱਗੀ। ਫਿਰ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਦਾ ਮੰਨਣਾ ਹੈ ਕਿ ਇਹ ਟੀਨੇਜਰ ਟੌਡਲਰ ਵਾਸਤੇ ਬੇਬੀ ਸਿਟਿੰਗ ਕਰਦੀ ਸੀ। ਇਹ ਮਾਮਲਾ ਉਸ ਵੇਲੇ ਸਾਹਮਣੇ ਹੈ ਜਦੋਂ ਅਪਾਰਟਮੈਂਟ ਦੇ ਵਿੱਚ ਵੱਡੀ ਮੈਂਬਰ ਸੌ ਰਹੀ ਸੀ। ਇਸ ਦੌਰਾਨ ਬੱਚੇ ਦੇ ਹੱਥ ਵਿੱਚ ਲੋਡਡ ਗਨ ਆ ਗਈ। ਜਦੋਂ ਬੇਬੀ ਸਿਟਰ ਨੇ ਦੇਖਿਆ ਤਾਂ ਉਸਨੇ ਇੱਕ ਗਨ ਲੈਣ ਦੀ ਕੋਸ਼ਿਸ਼ ਕੀਤੀ, ਪਰ ਗਲਤੀ ਨਾਲ ਗੋਲੀ ਚੱਲ ਗਈ, ਜਿਸ ਕਾਰਨ ਉਹ ਜ਼ਖਮੀ ਹੋ ਗਈ। ਕਾਰਵਾਈ ਕਰਦਿਆਂ 20 ਸਾਲ ਦੀ ਔਰਤ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਿਸ ਦੇ ਉੱਪਰ ਪੁਲਿਸ ਵੱਲੋਂ ਚਾਰजेस ਵੀ ਲਗਾਏ ਗਏ। ਫਿਲਹਾਲ ਇਸ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ, ਪਰ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਇਸ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਕਰ ਰਹੀ ਹੈ। ਇੱਕ ਵਿਅਕਤੀ ਵੱਲੋਂ ਅਚਾਨਕ ਬਿਨਾਂ ਕਿਸੇ ਕਾਰਨ ਦੇ ਗੋਲੀਆਂ ਚਲਾ ਦਿੱਤੀਆਂ ਗਈਆਂ। ਪੁਲਿਸ ਵੱਲੋਂ ਇਸ ਮਾਮਲੇ ਸੰਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਗੋਲੀਆਂ ਚਲਾਉਣ ਵਾਲੇ ਸ਼ਖਸ ਦੀ ਪਹਿਚਾਣ ਵੀ ਜਨਤਕ ਕੀਤੀ ਗਈ, ਜਿਸ ਵੱਲੋਂ ਇਸ ਗੋਲੀਬਾਰੀ ਦੇ ਮਾਮਲੇ ਨੂੰ ਲਾਈਵ ਸਟ੍ਰੀਮ ਵੀ ਕੀਤਾ ਗਿਆ। ਇੱਕ ਵਿਅਕਤੀ ਵਾਹਨ ਚਲਾ ਰਿਹਾ ਸੀ ਤੇ ਅਚਾਨਕ ਉਸਨੇ ਆਮ ਲੋਕਾਂ ਦੇ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਮਾਮਲਾ ਮੈਂਫਿਸ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ, ਜਿਸ ਬਾਰੇ ਅਧਿਕਾਰੀਆਂ ਵੱਲੋਂ ਡਿਟੇਲ ਦਿੱਤੀ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਗਨਮੈਨ ਵੱਲੋਂ ਖੁਦ ਨੂੰ ਲਾਈਵ ਸਟ੍ਰੀਮ ਕੀਤਾ ਜਾ ਰਿਹਾ ਸੀ। ਉਹ ਗੱਡੀ ਚਲਾ ਰਿਹਾ ਸੀ ਤੇ ਅਚਾਨਕ ਉਸਨੇ ਲੋਕਾਂ ਉੱਪਰ ਗੋਲੀਆਂ ਚਲਾ ਦਿੱਤੀਆਂ। ਗੋਲੀ ਲੱਗਣ ਕਾਰਨ 4 ਜਾਣਿਆਂ ਦੀ ਮੌਤ ਹੋ ਗਈ ਤੇ 3 ਜ਼ਖਮੀ ਦੱਸੇ ਜਾ ਰਹੇ ਨੇ। ਪੁਲਿਸ ਵੱਲੋਂ ਇਸ ਨੂੰ ਇੱਕ ਅਚਾਨਕ ਹੋਇਆ ਹਮਲਾ ਦੱਸਿਆ ਗਿਆ। ਬਾਅਦ ਦੇ ਵਿੱਚ ਕਾਰਵਾਈ ਕਰਦੇ ਉਹਨਾਂ ਨੇ ਸਸਪੈਕਟ ਨੂੰ ਹਿਰਾਸਤ ਵਿੱਚ ਲਿਆ, ਜਿਸ ਨੇ ਚੋਰੀ ਕੀਤੀ ਵਾਹਨ ਨੂੰ ਹਾਦਸੇ ਦਾ ਸ਼ਿਕਾਰ ਕਰ ਦਿੱਤਾ। ਇਸ ਦੀ ਪਹਿਚਾਣ ਕੈਲੀ ਤੇ ਉਮਰ 19 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ, ਜਿਸ ਉੱਪਰ ਪੁਲਿਸ ਵੱਲੋਂ ਚਾਰजेस ਵੀ ਲਗਾਏ ਗਏ। ਇਸ ਬਾਰੇ ਹੋਰ ਕੀ ਡਿਟੇਲ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ ਪੁਲਿਸ ਅਧਿਕਾਰੀਆਂ ਦੀ ਹੀ ਜ਼ੁਬਾਨੀ। I want to reassure the community that 19-year-old Ezekiel Kelly is in fact in custody. This has been a horrific week for the city of Memphis and the Memphis Police Department. We extend our sincere condolences to all the victims who have been affected in this sequence of violent acts today. We want to express our sincere appreciation to our citizens who provided numerous tips throughout this ordeal. I would also like to thank the officers of the Memphis Police Department and other law enforcement agencies who assisted in the relentless pursuit and the successful arrest of Ezekiel Kelly. At 5:59, officers responded to a shooting in the 4000 block of Jackson Avenue. Ezekiel Kelly was on Facebook Live when he opened fire inside the store. Officers located a male with a gunshot wound who was transported to the hospital in critical condition. At 6:12 p.m., we received information from a concerned citizen that suspect was on Zeke Puncho's Facebook Live stating that he was threatening to cause harm to citizens. At this time, the Memphis Police Department launched a citywide search for the assailant. 26 ਬੱਸਾਂ ਦੇ ਉੱਪਰ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਬੀਬੀ ਗਨ ਦੇ ਨਾਲ ਇਹਨਾਂ ਬੱਸਾਂ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ। 26 ਬੱਸਾਂ ਦੀ ਗਿਣਤੀ ਦੱਸੀ ਜਾ ਰਹੀ ਹੈ, ਜਿਹੜੀਆਂ ਕਿ ਇਸ ਦੌਰਾਨ ਪ੍ਰਭਾਵਿਤ ਹੋਈਆਂ ਤੇ ਪੁਲਿਸ ਵੱਲੋਂ ਇਸ ਮਾਮਲੇ ਸੰਬੰਧੀ ਹੁਣ ਕਾਰਵਾਈ ਕੀਤੀ ਗਈ ਹੈ। ਵੈਨਕੂਵਰ ਪੁਲਿਸ ਵੱਲੋਂ ਇੱਕ ਅਜਿਹੇ ਵਿਅਕਤੀ ਨੂੰ ਚਾਰਜ ਕੀਤਾ ਗਿਆ, ਜਿਸ ਨੇ 26 ਟ੍ਰਾਂਜ਼ਿਟ ਬੱਸਾਂ ਦੇ ਉੱਪਰ ਗੋਲੀਆਂ ਚਲਾਈਆਂ। ਇਹ ਗੋਲੀਆਂ ਉਸ ਵੱਲੋਂ ਬੀਬੀ ਗਨ ਨਾਲ ਚਲਾਈਆਂ ਗਈਆਂ। ਅਧਿਕਾਰੀਆਂ ਵੱਲੋਂ ਹੁਣ ਇਸ ਬਾਰੇ ਡਿਟੇਲ ਦਿੱਤੀ ਗਈ ਹੈ। ਇਸ ਦੀ ਪਹਿਚਾਣ ਵਿਲੀਅਮ ਟੈਲੀਓ ਦੇ ਤੌਰ ਦੇ ਉੱਪਰ ਦੱਸੀ ਗਈ, ਜਿਸ ਵਾਸਤੇ ਕੈਨੇਡਾ ਵਾਈਡ ਵਾਰੰਟ ਜਾਰੀ ਕਰ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਿਅਕਤੀ ਵੱਲੋਂ ਕਾਫੀ ਬੱਸਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ।
BB ਗਨ ਦੇ ਨਾਲ ਕੁੱਲ 26 ਟ੍ਰਾਂਜ਼ਿਟ ਬੱਸਾਂ ਨੂੰ ਨੁਕਸਾਨ ਪਹੁੰਚਾਇਆ ਗਿਆ, ਜਿਨ੍ਹਾਂ ਦੀਆਂ ਤਾਕੀਆਂ ਤੋੜ ਦਿੱਤੀਆਂ ਗਈਆਂ। ਇਹ ਮਾਮਲਾ 17 ਜਨਵਰੀ ਤੋਂ 31 ਜਨਵਰੀ ਦੇ ਵਿਚਕਾਰ ਸਾਹਮਣੇ ਆਇਆ। ਇਸ ਮਾਮਲੇ ਵਿੱਚ ਕੋਈ ਵੀ ਪੈਸੇਂਜਰ ਜ਼ਖਮੀ ਨਹੀਂ ਹੋਇਆ। ਇਸ ਮਾਮਲੇ ਸੰਬੰਧੀ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਵਿਲੀਅਮ ਟੈਲਿਓ ਨਾਮ ਦੇ ਇਸ ਵਿਅਕਤੀ ਨੂੰ 29 ਅਗਸਤ ਦੌਰਾਨ ਚਾਰਜ ਕੀਤਾ ਗਿਆ। 43 ਸਾਲ ਦੇ ਇਸ ਵਿਅਕਤੀ ਵਾਸਤੇ ਕੈਨੇਡਾ ਵਾਈਡ ਵਾਰੰਟ ਜਾਰੀ ਕਰ ਦਿੱਤਾ ਗਿਆ। ਇਸ ਉੱਪਰ 11 ਕਾਊਂਟ ਮਿਸਚੀਫ, 11 ਕਾਊਂਟ ਪੋਜੈਸ਼ਨ ਆਫ ਅ ਵੈਪਨ ਰਿਲੇਟਡ ਟੂ ਆਫੈਂਸਸ ਵਰਗੇ ਚਾਰजेस ਲਗਾਏ ਗਏ ਨੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਖਿਲਾਫ 19 ਜਨਵਰੀ ਤੋਂ 29 ਜਨਵਰੀ ਵਿਚਕਾਰ ਜਿਹੜੇ ਮਾਮਲੇ ਸਾਹਮਣੇ ਉਸ ਸੰਬੰਧੀ ਕਾਰਵਾਈ ਕੀਤੀ ਗਈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਅੰਤਰਰਾਸ਼ਟਰੀ ਵਿਦਿਆਰਥੀਆਂ ਵਾਸਤੇ ਐਲਾਨ, ਨਵਾਂ ਪ੍ਰੋਗਰਾਮ ਲੈ ਕੇ ਆਉਣ ਦੀ ਕੀਤੀ ਤਿਆਰੀ। ਰਾਣੀ ਦੀ ਮੌਤ ਤੇ ਟਰੂਡੋ ਦੁਖੀ, ਜਾਣੋ ਰਾਣੀ ਬਾਰੇ ਕੁਝ ਖਾਸ ਗੱਲਾਂ। ਨਹੀਂ ਰਹੀ ਮਹਾਰਾਣੀ ਐਲਿਜ਼ਾਬੈਥ, ਪਹਿਲਾਂ ਸਨ ਮੈਡੀਕਲ ਨਿਗਰਾਨੀ ਵਿੱਚ। ਟੈਲੀਕਾਮ ਕੰਪਨੀਆਂ ਨੇ ਕੀਤਾ ਸਮਝੌਤਾ, ਲੱਖਾਂ ਲੋਕ ਹੋਏ ਸਨ ਪ੍ਰਭਾਵਿਤ। ਖਬਰਾਂ ਦੇ ਇਸ ਬੁਲੇਟਿਨ ਵਿੱਚ ਨਹੀਂ, ਫਿਲਹਾਲ ਮੈਨੂੰ ਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।